हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 9th ਚੈਪਟਰ ਲਿਵਿੰਗ ਆਰਗੈਨਿਜ਼ਮਸ ਐਂਡ देयर ਸਰਾਊਂਡਿੰਗ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਪ੍ਰੀਵੀਅਸ ਵੀਡੀਓ 'ਚ ਅਸੀਂ ਪੜ੍ਹਿਆ ਸੀ ਜਿਹੜੇ ਐਨੀਮਲਸ ਹੁੰਦੇ ਨੇ, ਜਿਹੜੇ ਲੈਂਡ ਐਨੀਮਲਸ ਹੁੰਦੇ ਨੇ, ਟਰਸਟਰੀਅਲ ਐਨੀਮਲਸ ਜਾਂ ਪਲਾਂਟਸ ਹੁੰਦੇ ਨੇਗੇ, ਉਹ ਕਿਵੇਂ ਜਿਹੜੇ ਮਾਰੂਥਲ ਇਲਾਕੇ 'ਚ ਕਿੱਦਾਂ ਰਹਿੰਦੇ ਨੇ, ਗ੍ਰਾਸਲੈਂਡ 'ਤੇ ਕਿੱਦਾਂ ਰਹਿੰਦੇ ਨੇ, ਹਿੱਲੀ ਏਰੀਆ 'ਚ ਕਿੱਦਾਂ ਰਹਿੰਦੇ ਨੇਗੇ। ਅਤੇ ਅੱਗੇ ਅਸੀਂ ਅੱਜ ਐਕੁਆਟਿਕ ਐਨੀਮਲਸ ਬਾਰੇ ਪੜ੍ਹਨਾ ਵੀ ਜਿਹੜੇ ਪਾਣੀ 'ਚ ਰਹਿਣ ਵਾਲੇ ਐਨੀਮਲਸ ਹੁੰਦੇ ਨੇਗੇ ਜਾਂ ਪਲਾਂਟਸ ਹੁੰਦੇ ਨੇਗੇ, ਉਹ ਕਿੱਦਾਂ ਦੇ ਹੁੰਦੇ ਨੇ ਜਾਂ ਉਹਨਾਂ ਦੀ ਸਰਾਊਂਡਿੰਗ ਕਿਵੇਂ ਦੀ ਹੁੰਦੀ ਹੈਗੀ। ਚਲੋ ਇਹ ਸਟਾਰਟ ਕਰ ਦੇਂਗੇ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਰਿਕੁਐਸਟ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ। ਚਲੋ ਜੀ ਸਟਾਰਟ ਕਰ ਦਿਆਂਗੇ। ਸਮ ਐਕੁਆਟਿਕ ਹੈਬਿਟੈਟ oceans ਦੇ we already discussed how fish adapted to live in the sea। ਅਸੀਂ ਪਹਿਲਾਂ ਹੀ ਡਿਸਕਸ ਕੀਤਾ ਸੀ ਵੀ ਜਿਹੜੀ ਫਿਸ਼ ਹੁੰਦੀ ਹੈਗੀ ਉਹ ਆਪਣੇ ਆਪ ਨੂੰ ਕਿਵੇਂ ਅਡੈਪਟ ਕਰਦੀ ਹੈ ਵੀ ਉਹ ਸੀ ਦੇ ਵਿੱਚ, ਸਮੁੰਦਰ 'ਚ ਰਹਿੰਦੀ ਹੈਗੀ। ਮੈਨੀ ਅਦਰ ਸੀ ਐਨੀਮਲਸ ਹੈਵ ਸਟ੍ਰੀਮਲਾਈਨਡ ਬੋਡੀਜ਼ ਟੂ ਹੈਲਪ ਦੈਮ ਮੂਵ ਈਜ਼ਲੀ ਇਨ ਵਾਟਰ। ਹੋਰ ਵੀ ਬਹੁਤ ਸਾਰੇ ਜਿਹੜੇ ਸਮੁੰਦਰੀ ਜੀਵ ਹੁੰਦੇ ਨੇਗੇ ਜਿਨ੍ਹਾਂ ਦੀ ਸਟ੍ਰੀਮਲਾਈਨਡ ਬੋਡੀਜ਼ ਹੁੰਦੀਆਂ ਨੇ। ਸਟ੍ਰੀਮਲਾਈਨਡ ਬੋਡੀਜ਼ ਕੀ ਨੇ? ਅੱਗੋਂ ਅਤੇ ਜਿਹੜੀਆਂ ਉਹ ਪਿੱਛੋਂ ਕੀ ਹੁੰਦੇ ਨੇ, ਨਕੀਲੀਆਂ ਹੁੰਦੀਆਂ ਨੇਗੀਆਂ, ਤਾਂ ਕਰਕੇ ਉਹ ਈਜ਼ਲੀ ਮੂਵ ਕਰ ਸਕਣ ਵਾਟਰ ਦੇ ਵਿੱਚ। There are some sea animals like squids and octopus which do not have this streamlined shape। ਹੁਣ ਕਈ ਇੱਦਾਂ ਦੇ ਐਨੀਮਲਸ ਵੀ ਹੁੰਦੇ ਨੇ ਜਿਹੜੇ ਸੀ ਸਮੁੰਦਰ 'ਚ ਰਹਿੰਦੇ ਨੇਗੇ, ਬਟ ਉਹਨਾਂ ਦੀ ਜਿਹੜੀ ਸ਼ੇਪ ਹੈਗੀ ਉਹ ਸਟ੍ਰੀਮਲਾਈਨਡ ਨਹੀਂ ਹੁੰਦੀ। ਅਸੀਂ ਕੀ ਪੜ੍ਹਿਆ ਸੀ ਵੀ ਜਿਹੜੀ ਫਿਸ਼ ਹੈਗੀ ਉਹ ਸਟ੍ਰੀਮਲਾਈਨਡ ਸ਼ੇਪ ਕਰਕੇ ਈਜ਼ਲੀ ਮੂਵ ਕਰ ਸਕਦੀ ਹੈਗੀ ਵਾਟਰ ਦੇ ਵਿੱਚ। They stay deeper in the ocean near the seaward and catch and prey that moves towards them। ਉਹ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਰਹਿੰਦੇ ਨੇ ਓਸ਼ੀਨ ਦੇ ਵਿੱਚ, ਅਤੇ ਜਿਹੜੇ ਉੱਥੇ ਉਹ ਸ਼ਿਕਾਰ ਜਿਹੜਾ ਉਹਨਾਂ ਦੇ ਆਲੇ ਦੁਆਲੇ ਪ੍ਰੇ ਹੁੰਦਾ, ਸ਼ਿਕਾਰ ਹੁੰਦਾ, ਉਹ ਉਸ ਨੂੰ ਪਕੜ ਕੇ ਖਾਂਦੇ ਨੇਗੇ। ਹਾਊਐਵਰ ਵੈਨ ਦੇ ਮੂਵ ਇਨ ਵਾਟਰ ਦੇ ਮੇਕ ਦੇਅਰ ਬੋਡੀ ਸ਼ੇਪ ਸਟ੍ਰੀਮਲਾਈਨਡ। ਪਰ ਜਦੋਂ ਉਹਨਾਂ ਦੀ ਜਿਹੜੀ ਸ਼ੇਪ ਹੈਗੀ ਉਹ ਸਟ੍ਰੀਮਲਾਈਨਡ ਨਹੀਂ ਹੁੰਦੀ, ਪਰ ਜਦੋਂ ਵਾਟਰ 'ਚ ਮੂਵ ਕਰਦੇ ਨੇ ਤਾਂ ਆਪਣੀ ਜਿਹੜੀ ਬੋਡੀ ਹੈਗੀ ਉਹਨੂੰ ਸਟ੍ਰੀਮਲਾਈਨਡ ਬਣਾ ਲੈਂਦੇ ਨੇਗੇ। These animals have gills to help them use oxygen dissolve in water। ਹੁਣ ਇਹਨਾਂ ਦੇ ਜਿਹੜੇ ਐਨੀਮਲਸ ਹੁੰਦੇ ਨੇ ਵਾਟਰ 'ਚ ਰਹਿੰਦੇ ਨੇ, ਉਹਨਾਂ ਦੇ ਵਿੱਚ ਕੀ ਹੁੰਦਾ ਗਾ, ਗਿਲਸ ਹੁੰਦੇ ਨੇ ਜਿਨ੍ਹਾਂ ਨਾਲ ਉਹ ਕੀ ਕਰਦੇ ਨੇ, ਬਰੀਥ ਕਰਦੇ ਨੇ, ਅਤੇ ਜਿਹੜੀ ਆਕਸੀਜਨ ਵਾਟਰ 'ਚ ਡਿਜ਼ੋਲਵ ਹੁੰਦੀ ਹੈਗੀ ਉਹਨੂੰ ਉਹ ਬਰੀਥ ਕਰਨ ਲਈ ਯੂਜ਼ ਕਰਦੇ ਨੇਗੇ। ਦੇਰ ਆਰ ਸਮ ਸੀ ਐਨੀਮਲਸ ਲਾਈਕ ਡੋਲਫਿਨ ਐਂਡ ਵੀਲਸ ਦੈਟ ਡੂ ਨਾਟ ਹੈਵ ਗਿਲਸ। ਹੁਣ ਕਈ ਜਿਵੇਂ ਹੋਰ ਐਨੀਮਲਸ ਹੁੰਦੇ ਨੇ ਉਹ ਸੀ ਦੇ ਵਿੱਚ ਰਹਿੰਦੇ ਨੇ, ਜਿਵੇਂ ਡੋਲਫਿਨ ਹੋ ਗਿਆ, ਬੇਲਸ ਹੋ ਗਈਆਂ, ਇਹਨਾਂ ਵਿੱਚ ਕੀ ਹੁੰਦਾ ਗਾ, ਇਹਨਾਂ ਦੇ ਗਿਲਸ ਨਹੀਂ ਹੁੰਦੀਗੀ। They breathe in air through nostrils or blowholes that are located on the upper parts of their heads। ਹੁਣ ਇਹਨਾਂ 'ਚ ਕੀ ਹੁੰਦਾ ਗਾ, ਇਹਨਾਂ 'ਚ ਜਾਂ ਨੋਸਟਰਲਸ ਹੁੰਦੇ ਨੇਗੇ ਜਾਂ ਬਲੋ ਹੋਲਸ ਹੁੰਦੇ ਨੇਗੇ ਜਿਨ੍ਹਾਂ ਰਾਹੀਂ ਮਤਲਬ ਕੀ ਕਰਦੇ ਨੇ, ਬਰੀਥ ਕਰਦੇ ਨੇਗੇ। ਦਿਸ ਅਲਾਉ ਦੈਮ ਟੂ ਬਰੀਥ ਇਨ ਏਅਰ ਵੈਨ ਦੇ ਸਵਿਮ ਨੀਅਰ ਦ ਸਰਫੇਸ ਆਫ ਦ ਏਅਰ। ਹੁਣ ਇਹਨਾਂ ਕਰਕੇ ਕੀ ਹੁੰਦਾ, ਜਦੋਂ ਉਹ ਜਿਹੜੀ ਵਾਟਰ ਦੇ ਸਰਫੇਸ, ਜਿਹੜੀ ਏਅਰ ਦੇ ਨੇੜੇ ਸਰਫੇਸ ਹੁੰਦੀ ਹੈ ਵਾਟਰ ਦੀ, ਉਹਦੇ ਕਰਕੇ ਉਹ ਏਅਰ ਦੇ ਵਿੱਚ ਵੀ ਸਾਹ ਲੈ ਸਕਦੇ ਹੁੰਦੇ ਹੈਗੇ, ਜਿਹੜੀ ਕਿ ਇਹਨਾਂ ਕਰਕੇ ਨੋਸਟਰਲਸ ਦੇ ਨਹੀਂ ਜਾਂ ਬਲੋ ਹੋਲਸ ਦੇ ਰਾਹੀਂ। ਦੇ ਕੈਨ ਸਟੇ ਇਨਸਾਈਡ ਦਾ ਵਾਟਰ ਫॉर ਲੌਂਗ ਟਾਈਮ ਵਿਦਾਊਟ ਬਰੀਥਿੰਗ। ਅਤੇ ਉਹ ਜਦੋਂ ਇਹ ਕੀ ਕਰਦੇ, ਜਦੋਂ ਏਅਰ ਦੇ ਜਿਹੜੀ ਨੇੜੇ ਲੇਅਰ ਹੁੰਦੀ ਹੈਗੀ ਵਾਟਰ ਦੀ, ਉਦੋਂ ਹੀ ਬਰੀਥ ਕਰ ਲੈਂਦੇ ਨੇ। ਉਸ ਤੋਂ ਬਾਅਦ ਕਾਫੀ ਟਾਈਮ ਜੇ ਇਹ ਪਾਣੀ 'ਚ ਰਹਿੰਦੇ ਨੇ ਤਾਂ ਬਿਨਾਂ ਸਾਹ ਲਈ ਵੀ ਰਹਿ ਸਕਦੇ ਨੇ, ਜਿਹੜੀ ਇਹ ਵੀਲਸ ਤੇ ਡੋਲਫਿਨਸ ਹੁੰਦੀ ਆ। They can stay inside the water for a long time without breathing। They come out to the surface from time to time to breathe in air। ਇਹਨੂੰ ਬਾਰ-ਬਾਰ ਕੀ ਹੈ, ਸਰਫੇਸ 'ਤੇ ਆਉਣਾ ਪੈਂਦਾ ਗਾ ਆਪਾਂ ਸਾਹ ਲੈਣ ਲਈ, ਵੀ ਜਿੰਨਾ ਟਾਈਮ ਕਾਫੀ ਟਾਈਮ ਤੱਕ ਇਹ ਵਾਟਰ 'ਚ ਰਹਿ ਸਕਦੇ ਹਾਂ, ਠੀਕ ਹੈ, ਨਹੀਂ ਸਾਹ ਲੈਂਦੇ, ਪਰ ਜਦੋਂ ਇਹਨਾਂ ਨੇ ਸਾਹ ਲੈਣਾ ਗਾ ਤਾਂ ਇਹ ਆਪਣੀ ਜਿਹੜੀ ਉੱਪਰ ਪਾਣੀ ਦੀ ਜਿਹੜੀ ਸਭ ਤੋਂ ਉੱਪਰਲੀ ਲੇਅਰ ਹੈਗੀ ਏਅਰ ਦੇ ਨਾਲ ਕੰਟੈਕਟ ਦੇ ਵਿੱਚ, ਉੱਥੇ ਆਉਂਦੇ ਨੇਗੇ ਸਾਹ ਲੈਣ ਲਈ। Did you ever seen this interesting activity of dolphin in television program or films of ocean life? ਇਹ ਤੁਸੀਂ ਕਦੇ ਜਿਹੜੀ ਐਕਟੀਵਿਟੀ ਵੀ ਜਿਹੜੀ ਡੋਲਫਿਨ ਫਿਸ਼ ਹੋ ਕਿ ਬਾਰ-ਬਾਰ ਸਰਫੇਸ 'ਤੇ ਆਉਂਦੀ ਹੈਗੀ ਬਰੀਥ ਕਰਨ ਦੀ, ਲੇਕਿਨ ਤੁਸੀਂ ਕਿਤੇ ਟੈਲੀਵਿਜ਼ਨ ਜਾਂ ਕਿਸੇ ਫਿਲਮ 'ਚ ਦੇਖੀ ਹੈਗੀ? ਉਸ ਤੋਂ ਅਸੀਂ ਪੜ੍ਹਦੇ ਹਾਂ ਪੌਂਡਸ ਅਤੇ ਲੇਕਸ ਦੇ ਵਿੱਚ ਕਿੱਦਾਂ ਦੇ ਹੁੰਦੇ ਆ। ਹੈਵ ਯੂ ਸੀਨ ਪਲਾਂਟਸ ਗਰੋਇੰਗ ਇਨ ਪੌਂਡਸ, ਲੇਕਸ, ਰਿਵਰਸ ਐਂਡ ਈਵਨ ਸਮ ਡਰੇਨਸ। ਕਹਿੰਦੇ ਕਈ ਵਾਰ ਤੁਸੀਂ ਦੇਖੇ ਕਈ ਜਿਹੜੇ ਪਲਾਂਟਸ ਨੇ ਉਹ ਪੌਂਡਸ ਦੇ ਵਿੱਚ ਜਾਂ ਰਿਵਰਸ ਦੇ ਵਿੱਚ ਜਾਂ ਕਿਸੇ ਹੋਰ ਜਿਹੜੀਆਂ ਨਾਲੀਆਂ ਵਗੈਰਾ ਹੁੰਦੇ ਨੇਗੇ ਉਹਨਾਂ 'ਚ ਗਰੋ ਕਰ ਜਾਂਦੇ ਨੇਗੇ। ਗੋ ਔਨ ਅ ਫੀਲਡ ਟ੍ਰਿਪ ਟੂ ਨੀਅਰਬਾਈ ਪੌਂਡ, ਇਟਸ ਇਜ਼ ਪੋਸੀਬਲ ਐਂਡ ਟਰਾਈ ਟੂ ਡਰਾ ਦ ਕਾਈਂਡਸ ਆਫ ਪਲਾਂਟਸ ਦੈਟ ਆਰ ਸੀਨ ਦੇਅਰ। ਕਹਿੰਦੇ ਤੁਸੀਂ ਕੋਸ਼ਿਸ਼ ਕਰੋ ਵੀ ਜੇ ਤੁਹਾਡੇ ਹੋ ਸਕਿਆ ਤਾਂ ਤੁਸੀਂ ਕਿਸੇ ਨੇੜੇ ਦੇ ਖੇਤ 'ਚ ਜਾਓ ਜਿਹਦੇ ਕੋਲ ਕੀ ਹੋਵੇ, ਪੌਂਡ ਹੋਵੇ, ਤਲਾਅ ਹੋਵੇ, ਅਤੇ ਉੱਥੇ ਕਹਿੰਦੇ ਤੁਸੀਂ ਕਿੱਦਾਂ ਦੇ ਪਲਾਂਟਸ ਦੇਖੇ ਉਹਨਾਂ ਨੂੰ ਕੀ ਕਰੋ, ਡਰਾ ਕਰਨ ਦੀ ਕੋਸ਼ਿਸ਼ ਕਰੋ।
How are the leaves, stem and roots of these plants placed? ਜਿਹੜੇ ਤੁਸੀਂ ਉੱਥੇ ਪਲਾਂਟਸ ਦੇਖੇ ਨੇ ਪੌਂਡਸ ਦੇ ਕੋਲੇ, ਉਹਨਾਂ ਦੇ ਪੱਤੇ ਕਿੱਦਾਂ ਦੇ ਸੀ, ਸਟੈਮ ਕਿੱਦਾਂ ਦੇ ਸੀ, ਰੂਟਸ ਕਿਹੋ ਜਿਹੇ ਸੀ, ਇਹਨਾਂ ਨੂੰ ਕਹਿੰਦੇ ਦੇਖੋ। ਸਮ ਆਫ ਥੀਸ ਪਲਾਂਟਸ ਹੈਵ ਦੇਅਰ ਰੂਟਸ ਫਿਕਸਡ ਇਨ ਦ ਸੋਇਲ ਬਿਲੋ ਦ ਵਾਟਰ। ਹੁਣ ਕਈ ਇੱਦਾਂ ਦੇ ਪਲਾਂਟਸ ਹੋਏ ਇੱਦਾਂ ਦੇ ਸੀ ਜਿਹਨੇ ਜਿਹੜੇ ਰੂਟਸ ਸੀਗੀਆਂ ਉਹ ਸੋਇਲ ਦੇ ਵਿੱਚ ਫਿਕਸ ਸੀਗੀਆਂ, ਜਿਹੜੀ ਕਿ ਵਾਟਰ ਦੇ ਨੀਚੇ ਜਿਹੜੇ ਸੋਇਲ ਸੀ ਉਹਦੇ ਵਿੱਚ ਲੱਗੇ ਹੋਏ ਸੀ ਪਲਾਂਟਸ। In terrestrial plants, roots normally play a very important role in the absorption of nutrients and water from the soil। ਹੁਣ ਜਿੰਨੇ ਵੀ ਟਰਸਟਰੀਅਲ ਪਲਾਂਟਸ ਹੁੰਦੇ ਨੇ ਉਹਨਾਂ 'ਚ ਅਸੀਂ ਦੇਖਿਆ ਵੀ ਰੂਟਸ ਕੀ ਕਰਦੇ ਨੇ, ਓਬਜ਼ਰਵ ਕਰਦੇ ਨੇ ਨਿਊਟ੍ਰੀਐਂਟਸ ਨੂੰ ਤੇ ਜਿਹੜੇ ਵਾਟਰ ਨੂੰ ਸੋਇਲ ਦੇ ਵਿੱਚੋਂ। However, in aquatic plants, roots are much reduced in size and their main function is to hold the plant in place। ਪਰ ਇਹਦੇ ਵਿੱਚ ਕੀ ਹੁੰਦਾ, ਜਿਹੜੇ ਏਕੁਆਟਿਕ ਜਿਹੜੇ ਪਲਾਂਟਸ ਹੁੰਦੇ ਨੇ ਇਹਨਾਂ ਜਿਹੜੇ ਰੂਟਸ ਹੁੰਦੇ ਨੇ ਕਾਫੀ ਛੋਟੀਆਂ ਹੁੰਦੀਆਂ ਨੇ, ਉਹਨਾਂ ਸਿਰਫ ਕੰਮ ਇਹ ਹੁੰਦਾ ਕਿ ਉਹਨੂੰ ਫਿਕਸ ਕਰਕੇ ਰੱਖਦੀਆਂ ਨੇਗੀਆਂ ਪਲਾਂਟ ਨੂੰ। ਦ ਸਟੈਮ ਆਫ ਥੀਸ ਪਲਾਂਟਸ ਆਰ ਲੌਂਗ, ਹੋਲੋ ਐਂਡ ਲਾਈਟ। ਜਿਹੜੀ ਇਹਨਾਂ ਪਲਾਂਟਸ ਦੀ ਸਟੈਮ ਹੁੰਦੀ ਕਾਫੀ ਹਲਕੀ ਹੁੰਦੀ ਆ, ਖਾਲੀ ਹੁੰਦੀ ਹੈ ਵਿੱਚੋਂ ਤੇ ਕਾਫੀ ਜ਼ਿਆਦਾ ਲੰਬੀ ਹੁੰਦੀ ਆ। ਦ ਸਟੈਮ ਗਰੋ ਅਪ ਟੂ ਦ ਸਰਫੇਸ ਆਫ ਵਾਟਰ ਵਾਈਲ ਦ ਲੀਵਸ ਐਂਡ ਫਲਾਵਰਸ ਫਲੋਟ ਔਨ ਦ ਸਰਫੇਸ ਆਫ ਵਾਟਰ। ਕਿ ਜਿਹੜੀ ਸਟੈਮ ਹੁੰਦੀ ਹੈਗੀ ਉਹ ਉੱਪਰ ਨੂੰ ਗਰੋ ਕਰਦੀ ਸਰਫੇਸ ਦੀ, ਵਾਟਰ ਦੀ ਸਰਫੇਸ 'ਤੇ, ਜਦੋਂ ਜਿਹੜੇ ਲੀਵਸ ਅਤੇ ਫਲਾਵਰਸ ਉੱਤੇ ਤੈਰ ਰਹੇ ਹੁੰਦੇ ਨੇਗੇ ਕਿਸੇ ਵਾਟਰ ਦੇ ਉੱਤੇ। ਸਮ ਐਕੁਆਟਿਕ ਪਲਾਂਟਸ ਆਰ ਟੋਟਲੀ ਸਬਮਰਜਡ ਇਨ ਵਾਟਰ। ਕਈ ਐਕੁਆਟਿਕ ਪਲਾਂਟਸ ਇੱਦਾਂ ਦੇ ਹੁੰਦੇ ਨੇ ਜਿਹੜੇ ਪੂਰੀ ਤਰ੍ਹਾਂ ਜਿਹੜੇ ਸਬਮਰਜ ਵਿੱਚ ਡੁੱਬੇ ਹੁੰਦੇ ਨੇ ਵਾਟਰ ਦੇ। ਆਲ ਪਾਰਟਸ ਆਫ ਸੱਚ ਪਲਾਂਟਸ ਗਰੋ ਅੰਡਰ ਵਾਟਰ। ਸਾਰੇ ਪਾਰਟਸ ਕੀ ਹੁੰਦੇ ਨੇ, ਅੰਡਰ ਗਰੋ ਕੀਤੇ ਹੁੰਦੇ ਨੇਗੇ। ਹੁਣ ਕਈ ਪੜ੍ਹਿਆ ਸੀ ਕਈਆਂ ਦੇ ਕਿੰਨੇ ਸਟੈਮ ਉੱਪਰ ਨੂੰ ਗਰੋ ਕਰ ਰਹੇ ਹੁੰਦੇ, ਜਿਹੜੇ ਲੀਵਸ ਹੁੰਦੇ ਨੇਗੇ ਜਾਂ ਜਿਹੜੀ ਫਲਾਵਰਸ ਹੁੰਦੇ ਨੇ ਉਹ ਸਰਫੇਸ ਦੇ ਉੱਪਰ ਹੁੰਦੇ ਨੇ ਵਾਟਰ ਦੀ। ਤੇ ਇਹਦੇ 'ਚ ਕਿੰਨੇ ਨੇ ਪੂਰੀ ਤਰ੍ਹਾਂ ਸਬਮਰਜ ਹੁੰਦੇ ਨੇ ਤੇ ਸਾਰੇ ਪਾਰਟਸ ਹੀ ਅੰਦਰ ਹੁੰਦੇ ਨੇ ਪਾਣੀ ਦੇ। ਸਮ ਆਫ ਥੀਸ ਪਲਾਂਟਸ ਹੈਵ ਨੈਰੋ ਐਂਡ ਥਿਨ ਰਿਬਨ ਲਾਈਕ ਲੀਵਸ। ਇਹਨਾਂ ਦੇ ਕਈ ਕਹਿੰਦੇ ਨੇ ਰਿਬਨ ਵਰਗੇ ਪੱਤੇ ਹੁੰਦੇ ਨੇ ਕਈ ਜਿਹੜੇ ਪਲਾਂਟਸ ਹੁੰਦੇ ਨੇਗੇ। ਥੀਸ ਕੈਨ ਵੈਂਟ ਇਨ ਦ ਫੋਲਿੰਗ ਵਾਟਰ। ਇਹ ਕੀ ਕਰਦੇ ਨੇ, ਪਾਣੀ ਦੇ ਅੰਦਰ ਹੀ ਝੁਕ ਜਾਂਦੇ ਨੇਗੇ। ਇਨ ਸਮ ਸਮਰਜ ਪਲਾਂਟਸ ਲੀਵਸ ਆਰ ਆਫਨ ਹਾਈਲੀ ਡਿਵਾਈਡਡ ਥਰੂ ਵਿਚ ਦ ਵਾਟਰ ਕੈਨ ਈਜ਼ੀਲੀ ਫਲੋ ਵਿਦਾਊਟ ਡੈਮੇਜਿੰਗ ਦੈਮ। ਅਤੇ ਉਹ ਇਸ ਤਰ੍ਹਾਂ ਵੀ ਜਿਹੜੀ ਮਤਲਬ ਉਹ ਹੁੰਦੇ ਨੇ ਡਿਵਾਈਡ ਕੀਤੇ ਹੁੰਦੇ ਨੇ ਜਿਹੜੇ ਪਲਾਂਟਸ ਹੁੰਦੇ ਨੇਗੇ ਤਾਂ ਕਿ ਪਾਣੀ ਜਿਹੜਾ ਬਿਨਾਂ ਰੁਕੇ ਈਜ਼ੀਲੀ ਪਾਸ ਹੋ ਜਾਏ। ਫਰੋਗਸ ਯੂਜ਼ਲੀ ਹੈਵ ਪੌਂਡਸ ਐਜ਼ ਦੇਅਰ ਹੈਬੀਟੈਟ। ਜਿਹੜੇ ਫਰੋਗਸ ਹੁੰਦੇ ਨੇ, ਡੱਡੂ ਹੁੰਦੇ ਨੇ, ਉਹ ਵੀ ਕੀ ਕਰਦੇ ਨੇ, ਪੌਂਡਸ ਦੇ ਵਿੱਚ ਰਹਿੰਦੇ ਨੇਗੇ। Frogs can stay both inside the pond water as well as move on the land। ਜਿਹੜੇ ਫਰੋਗਸ ਹੁੰਦੇ ਨੇ ਹੁਣ ਉਹ ਪਾਣੀ 'ਚ ਵੀ ਰਹਿ ਸਕਦੇ ਹੈਗੇ ਤੇ ਜ਼ਮੀਨ ਦੇ ਉੱਪਰ ਵੀ ਰਹਿ ਸਕਦੇ ਆ। They have strong back legs that help them in leaping and catching the prey। ਉਹਨਾਂ ਜਿਹੜੇ ਪਿਛਲੀਆਂ ਲੱਤਾਂ ਹੁੰਦੀਆਂ ਨੇ ਉਹ ਕਾਫੀ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਜਿਹਦੇ ਨਾਲ ਉਹ ਕੈਚ ਕਰ ਲੈਂਦੇ ਨੇ ਸ਼ਿਕਾਰ ਨੂੰ। They have webbed feet which help them swim in water। ਉਹਨਾਂ ਦੇ ਜਿਹੜੇ ਪੈਰ ਹੁੰਦੇ ਨੇ ਉਹ ਕਾਫੀ ਜਾਲ ਵਾਂਗੂ ਹੁੰਦੇ ਨੇ ਪੈਰ, ਜਿਹਦੇ ਕਰਕੇ ਉਹ ਕੀ ਕਰਦੇ ਨੇਗੇ ਪਾਣੀ 'ਚ ਤੈਰ ਵੀ ਸਕਦੇ ਆ ਤੇ ਉਹ ਮੂਵ ਵੀ ਕਰ ਸਕਦੇ ਹੈਗੇ ਅਤੇ ਤੈਰ ਵੀ ਸਕਦੇ ਆ। We have discussed only a few common animals and plants compared to the wide variety that live in the different habitats। ਜਿਹੜੇ ਪਲਾਂਟਸ ਤੇ ਐਨੀਮਲਸ ਹੁੰਦੇ ਨੇ ਉਹ ਤਾਂ ਬਹੁਤ ਜ਼ਿਆਦਾ ਵੈਰਾਈਟੀ ਦੇ ਵਿੱਚ ਹੁੰਦੇ ਨੇ, ਪਰ ਅਸੀਂ ਬਹੁਤ ਥੋੜ੍ਹੀ ਜਿਹੜੇ ਕਈ ਸਾਰੀਆਂ ਜਗ੍ਹਾ ਦੀ ਥੋੜ੍ਹੀ ਪਲਾਂਟਸ ਜਾਂ ਐਨੀਮਲਸ ਦੇ ਬਾਰੇ ਪੜ੍ਹਿਆ ਗਾ। You may have also noticed the very wide variety in plants around you when you prepared a herbarium as part of the suggested activity in chapter 7। Imagine the kind of variety that you could see in a herbarium of leaves of plants from all regions of the earth। ਕਹਿੰਦੇ ਹੁਣ ਅਸੀਂ ਕੀ ਕੀਤਾ, ਮਤਲਬ ਅਸੀਂ ਬਹੁਤ ਸਾਰੇ ਪਲਾਂਟਸ ਦੇਖਦੇ ਹਾਂ, ਜਿਹੜੇ ਪਲਾਂਟਸ ਬਹੁਤ ਸਾਰੇ ਹੁੰਦੇ, ਅਸੀਂ ਬਹੁਤ ਥੋੜ੍ਹੇ ਬਾਰੇ ਪੜ੍ਹਿਆ। ਫਿਰ ਤੁਸੀਂ ਕਹਿੰਦੇ ਆਪਣੇ ਆਲੇ ਦੁਆਲੇ ਹੋਰ ਪਲਾਂਟਸ ਦੇਖੋ, ਉਹਨਾਂ ਦੇ ਕੀ ਉਹਨਾਂ ਦੇ ਲੀਵਸ ਕਿੱਦਾਂ ਦੇ ਨੇਗੇ, ਉਹਨਾਂ ਦੀ ਇੱਕ ਤੁਸੀਂ ਸੂਚੀ ਬਣਾ ਕੇ ਤਿਆਰ ਕਰੋ। ਵੀ ਹਰਵੇਰੀਅਮ ਕਹਿੰਦੇ ਸੂਚੀ ਤਿਆਰ ਕਰੋ, ਜੇ ਤੁਸੀਂ ਦੇਖੋ ਵੀ ਇਹਦੇ ਪਲਾਂਟਸ ਨੇਗੇ ਹੈ ਨਾ, ਉਹਨਾਂ ਦੇ ਲੀਵਸ ਕਿੱਦਾਂ ਦੇ ਨੇ, ਉਹ ਜਿਹੜੇ ਉਹਨਾਂ ਦੀ ਸ਼ੇਪ ਕਿਵੇਂ ਦੀ ਆ, ਉਹ ਕਿੰਨਾ ਉਹਨਾਂ ਦਾ ਸਾਈਜ਼, ਇਸ ਤਰ੍ਹਾਂ ਦਾ ਤੁਸੀਂ ਨੋਟ ਕਰੋ। ਕਾਫੀ ਵੈਰਾਈਟੀਜ਼ ਦਾ। ਹੁਣ ਤੱਕ ਅਸੀਂ ਕੀ ਪੜ੍ਹਿਆ, ਪਲਾਂਟਸ ਤੇ ਐਨੀਮਲਸ ਬਾਰੇ ਪੜ੍ਹਿਆ। ਅੱਗੇ ਅਸੀਂ ਗੱਲ ਕਰਦੇ ਹਾਂ ਵੀ ਜਿਹੜੀਆਂ ਹੋਰ ਲਿਵਿੰਗ ਥਿੰਗਸ ਕਿਹੜੀਆਂ ਨੇ ਸਾਡੇ ਆਲੇ ਦੁਆਲੇ, ਉਹਨਾਂ ਬਾਰੇ ਪੜ੍ਹਦੇ ਹਾਂਗੇ। We went on a journey through different habitats and discussed many plants and animals। ਅਸੀਂ ਕਿਹਦੇ ਬਾਰੇ, ਬਹੁਤ ਸਾਰੇ ਪਲਾਂਟਸ ਤੇ ਐਨੀਮਲਸ ਦੇ ਬਾਰੇ ਡਿਸਕਸ ਕੀਤਾ। In activity 1 we listed objects, plants and animals found in different surroundings। ਅਸੀਂ ਜਿਹੜੀ ਐਕਟੀਵਿਟੀ ਫਸਟ ਕੀਤੀ ਸੀ ਇਸ ਚੈਪਟਰ ਵਿੱਚ, ਉਹਦੇ 'ਚ ਅਸੀਂ ਲਿਸਟ ਬਣਾਈ ਸੀਗੀ ਬਹੁਤ ਸਾਰੇ ਐਨੀਮਲਸ ਦੀ, ਪਲਾਂਟਸ ਦੀ ਅਤੇ ਹੋਰ ਓਬਜੈਕਟਸ ਦੀ ਵੀ, ਜਿਨ੍ਹਾਂ ਜਿਹੜੀਆਂ ਕਿ ਹੁੰਦੀਆਂ ਨੇਗੀਆਂ ਸਰਾਊਂਡਿੰਗ ਦੇ ਵਿੱਚ।
ਸਪੋਜ਼ ਵੀ ਸਟਾਪ ਅ ਵਾਈਲ ਐਂਡ ਥਿੰਕ ਵਿਚ ਐਗਜ਼ਾਮਪਲਸ ਇਨ ਆਵਰ ਲਿਸਟ ਆਰ ਲਿਵਿੰਗ। ਅਸੀਂ ਕਹਿੰਦੇ ਸੋਚੋ ਇੱਕ ਵਾਰ ਤੁਸੀਂ ਆਪਾਂ ਉਸ ਜਿਹੜੀ ਐਗਜ਼ਾਮਪਲ ਸੀ ਜੋ ਕਾਲਮਸ ਦੇ ਵਿੱਚ ਕਿਹੜੇ ਕਿਹੜੇ ਓਬਜੈਕਟਸ ਕਿਹੜੇ ਕਿਹੜੇ ਰੱਖੀਆਂ ਸੀਗੀਆਂ ਆਪਣੀ ਜਿਹੜੀ ਸਰਾਊਂਡਿੰਗ ਦੇ ਵਿੱਚ ਹੁੰਦੀਆਂ ਨੇ, ਕਿਹੜੀ ਕਿਹੜੀ ਚੀਜ਼ਾਂ ਲਿਵਿੰਗ ਸੀ, ਜਿਉਂਦੀਆਂ ਸੀਗੀਆਂ। ਲੈਟ ਅਸ ਥਿੰਕ ਆਫ ਐਗਜ਼ਾਮਪਲਸ ਫਰੋਮ ਅ ਫੋਰੈਸਟ। ਅਸੀਂ ਜੰਗਲ ਫੋਰੈਸਟ ਦੀ ਐਗਜ਼ਾਮਪਲ ਨੂੰ ਦੇਖਦੇ ਹਾਂਗੇ। ਟਰੀਜ਼, ਕਰੀਪਰ, ਸਮਾਲ ਐਂਡ ਬਿਗ ਐਨੀਮਲਸ, ਬਰਡਸ, ਸਨੇਕਸ, insects, rocks, soil, water, air, dry leaves, dead animals, mushrooms, moss may be only some of these objects that are present in the forest. Which of these are living? ਹੁਣ ਅਸੀਂ ਜਿੰਨੇ ਵੀ ਉੱਪਰ ਨੇਮ ਲਿਖੇ ਨੇ ਸਾਰੀਆਂ ਜਿੰਨੀਆਂ ਵੀ ਓਬਜੈਕਟਸ ਨੇਗੀਆਂ ਜਾਂ ਐਨੀਮਲਸ ਨੇ ਜਾਂ ਪਲਾਂਟਸ ਨੇਗੇ ਇਹ ਪ੍ਰੈਜ਼ੈਂਟ ਹੁੰਦੇ ਨੇ ਕਿ ਫੋਰੈਸਟ ਦੇ ਵਿੱਚ। ਪਰ ਹੁਣ ਅਸੀਂ ਇਹ ਦੇਖਣਾ ਵੀ ਇਹਦੇ ਵਿੱਚੋਂ ਜਿਹੜੇ ਕਿਹੜੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਕਿਹੜੀਆਂ ਥਿੰਗਸ ਨੇਗੀਆਂ ਉਹ ਕੀ ਨੇਗੀਆਂ ਲਿਵਿੰਗ ਨੇ। ਲਿਵਿੰਗ ਮਤਲਬ ਜਿਹੜੀਆਂ ਕੀ ਨੇਗੀਆਂ ਜਿਉਂਦੀਆਂ ਨੇਗੀਆਂ। Think of objects that you can see around you at this moment and group them as living and non-living. ਕਹਿੰਦੇ ਹੁਣ ਤੁਸੀਂ ਆਪਣੇ ਆਲੇ ਦੁਆਲੇ ਚੀਜ਼ਾਂ ਦੇਖੋ ਵੀ ਇਹਦੇ 'ਚ ਕਿਹੜੀਆਂ ਜਿਹੜੀਆਂ ਥਿੰਗਸ ਨੇਗੀਆਂ ਉਹ ਲਿਵਿੰਗ ਨੇ ਅਤੇ ਕਿਹੜੀਆਂ ਨੋਨ ਲਿਵਿੰਗ ਨੇ। ਨੋਨ ਲਿਵਿੰਗ ਜਿਹੜੀਆਂ ਜਿਉਂਦੀਆਂ ਨਹੀਂ ਹੈਗੀਆਂ, ਲਿਵਿੰਗ ਜਿਹੜੀਆਂ ਜਿਉਂਦੀਆਂ ਨੇ। ਇਨ ਸਮ ਕੇਸ ਇਟ ਇਜ਼ ਈਜ਼ੀ ਫਾਰ ਅਸ ਟੂ ਨੋ। ਕਈ ਕੇਸਿਸ ਵਿੱਚ ਅਸੀਂ ਬਹੁਤ ਈਜ਼ੀਲੀ ਫਾਈਂਡ ਕਰ ਲੈਂਦੇ ਵੀ ਲਿਵਿੰਗ ਆ ਜਾਂ ਨੋਨ ਲਿਵਿੰਗ ਆ। ਫਾਰ ਐਗਜ਼ਾਮਪਲ ਜਿਵੇਂ ਓਬਜੈਕਟਸ ਲਾਈਕ ਚੇਅਰ ਔਰ ਟੇਬਲ ਇਨ ਆਵਰ ਹੋਮਸ ਵੀ ਨੋ ਦੈਟ ਦੇ ਆਰ ਨੋਟ ਲਾਈਵ। ਸਾਨੂੰ ਪਤਾ ਜਿਹੜੀ ਚੇਅਰ ਅਤੇ ਟੇਬਲ ਹੁੰਦੇ ਆਪਣੇ ਘਰੇ ਹੁੰਦਾ ਇਹ ਕੀ ਆ, ਚੇਅਰ ਅਤੇ ਟੇਬਲ ਕੀ ਆ, ਜਿਉਂਦੇ ਨਹੀਂ ਹੈਗੇ, ਇਹ ਕੀ ਆ ਨੋਨ ਲਿਵਿੰਗ ਆ। ਪਹਿਲੀ ਵਾਜ਼ ਰੀਡਿੰਗ ਦਿਸ ਰਾਈਮ ਫਰੋਮ ਕੰਪਲੀਟ ਨੌਨਸੈਂਸ ਰਿਟਨ ਬਾਈ ਐਡਵਰਡ ਲੀਅਰ। ਇਹ ਕਿਸੇ ਨੇ ਪੋਇਮ ਲਿਖੀ ਹੈਗੀ ਇੱਕ ਇਹਦੇ ਵਿੱਚ ਲਿਖੀ ਹੋਈ ਹੈਗੀ। ਇਹਦੇ ਵਿੱਚ ਕੀ ਬਹੁਤ ਮਤਲਬ ਜਿਹੜਾ ਪਹੇਲੀ ਸੀਗਾ ਉਹ ਇਸ ਪੋਇਮ ਨੂੰ ਪੜ੍ਹ ਰਿਹਾ ਸੀਗਾ ਅਤੇ ਇਹਦੇ ਵਿੱਚ ਕੀ ਬਹੁਤ ਹਾਸੇ ਵਾਲੀ ਪੋਇਮ ਹੈਗੀ। ਮਤਲਬ ਜਿਹੜੀ ਚੇਅਰ ਅਤੇ ਟੇਬਲ ਉਹ ਕਹਿ ਰਹੇ ਵੀ ਜੇ ਅਸੀਂ ਮੂਵ ਕਰਦੇ ਤਾਂ ਅਸੀਂ ਐਂ ਕਰਨਾ ਸੀ ਜਾਂ ਅਸੀਂ ਕਰ ਸਕਦੇ, ਕਾਸ਼ ਅਸੀਂ ਮੂਵ ਕਰਦੇ ਹੁੰਦੇ। ਪਹੇਲੀ ਐਂਡ ਬੂਜੋ ਫਾਊਂਡ ਦੈਮ ਪੋਇਮ ਸੋ ਵੈਰੀ ਫਨੀ ਬਿਕੋਜ਼ ਦੇ ਨੋ ਦੈਟ ਅ ਚੇਅਰ ਔਰ ਅ ਟੇਬਲ ਇਜ਼ ਨੋਟ ਅਲਾਈਵ ਐਂਡ ਇਟ ਕੈਨੋਟ ਟਾਕ, ਬਾਕ ਔਰ ਸਫਰ ਫਰੋਮ ਦ ਯੂਜ਼ਰ ਪ੍ਰੋਬਲਮਸ ਦੈਟ ਆਲ ਆਫ ਅਸ ਫੇਸ। ਜਿਹੜੀ ਇਹ ਪੋਇਮ ਹੈਗੀ ਇਹਦੇ 'ਚ ਕੀ ਦਿਖਾਇਆ ਗਿਆ ਵੀ ਜਿਹੜੀ ਚੇਅਰ ਅਤੇ ਟੇਬਲ ਉਹ ਗੱਲਾਂ ਕਰ ਰਹੇ ਨੇਗੇ। ਹੁਣ ਪਹੇਲੀ ਨੂੰ ਜਿਹੜੀ ਪੋਇਮ ਬਹੁਤ ਹਾਸੀ ਵਾਲੀ ਲੱਗੀ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜੇ ਟੇਬਲ ਅਤੇ ਚੇਅਰ ਹੈਗੇ ਜਿਉਂਦੇ ਨਹੀਂ ਹੈਗੇ, ਇਹਦੇ ਨਾਲ ਤੁਰ ਸਕਦੇ ਆ, ਨਾ ਗੱਲਾਂ ਕਰ ਸਕਦੇ ਆ, ਨਾ ਹੀ ਕੁਛ ਮਹਿਸੂਸ ਕਰ ਸਕਦੇ ਆ। ਅ ਚੇਅਰ, ਟੇਬਲ, ਸਟੋਨ ਔਰ ਅ ਕੋਇਨ ਵੀ ਨੋ ਦੈਟ ਦੇ ਆਰ ਨੋਟ ਅਲਾਈਵ। ਕੋਈ ਚੇਅਰ ਹੋ ਗਈ, ਟੇਬਲ ਹੋ ਗਿਆ, ਸਟੋਨ ਹੋ ਗਿਆ, ਕੋਈ ਪੱਥਰ ਹੋ ਗਿਆ ਜਾਂ ਕੋਈ ਸਿੱਕਾ ਹੋ ਗਿਆ, ਇਹ ਕੀ ਨੇ ਸਾਰੇ ਇਹ ਨੋਟ ਅਲਾਈਵ, ਸਾਰੇ ਜਿੰਦੇ ਨਹੀਂ ਹੈਗੇ ਗੇ। Similarly, we do know that we are alive, so are all the people of the world. ਇਸ ਤਰ੍ਹਾਂ ਸਾਨੂੰ ਪਤਾ ਅਸੀਂ ਸਾਰੇ ਕੀ ਆ, ਅਸੀਂ ਵੀ ਜਿਹੜੀ ਅਸੀਂ ਸਾਰੇ ਕੀ ਬਹੁਤ ਸਾਰੀ ਚੀਜ਼ਾਂ ਜਾਣਦੇ ਹੈਗੇ ਜਿਹੜੀਆਂ ਕੀ ਜਿਉਂਦੀਆਂ ਨਹੀਂ ਹੈਗੀਆਂ ਅਤੇ ਅਸੀਂ ਸਾਰੇ ਲੋਕ ਕੀ ਹੈਗੇ ਦੁਨੀਆ ਵਿੱਚ ਅਸੀਂ ਸਾਰੇ ਹੈਗੇ ਜਿਹੜੇ ਜਿਉਂਦੇ ਹੈਗੇ ਲਾਈਵ ਆ। We also see animals around us that are so full of life. Dogs, cat, monkey, squirrels, insects and many others. ਇਹ ਅਸੀਂ ਹੋਰ ਵੀ ਬਹੁਤ ਸਾਰੇ ਐਨੀਮਲਸ ਆਪਣੇ ਆਲੇ ਦੁਆਲੇ ਦੇਖਦੇ ਹੈਗੇ ਜਿਵੇਂ ਡੌਗਸ ਹੋ ਗਏ, ਕੈਟਸ ਹੋ ਗਏ ਜਾਂ ਹੋਰ ਕਿੰਨੇ ਵੀ ਐਨੀਮਲਸ ਹੋ ਗਏ, ਇਹ ਸਾਰੇ ਕੀ ਨੇਗੀਆਂ, ਇਨਸੈਕਟਸ ਵਗੈਰਾ ਹੋ ਗਏ, ਇਹ ਸਾਰੇ ਕੀ ਨੇਗੇ, ਇਹ ਲਾਈਵ ਨੇਗੇ, ਇਹ ਲਿਵਿੰਗ ਔਰਗੈਨਿਜ਼ਮਸ ਨੇਗੇ। ਹਾਊ ਡੂ ਵੀ ਨੋ ਦੈਟ ਸਮਥਿੰਗ ਇਜ਼ ਲਿਵਿੰਗ। ਸੋ ਕਹਿੰਦੇ ਪਤਾ ਕਿਵੇਂ ਲੱਗਦਾ ਵੀ ਕਿਹੜੀ ਜਿਹੜੀ ਚੀਜ਼ ਹੈਗੀ ਉਹ ਲਿਵਿੰਗ ਆ ਜਾਂ ਨਹੀਂ। ਆਫਨ ਇਟ ਇਜ਼ ਨਾਟ ਸੋ ਈਜ਼ੀ ਟੂ ਡਿਸਾਈਡ। ਕਹਿੰਦੇ ਇੰਨਾ ਸੌਖਾ ਨਹੀਂ ਹੈ ਕਿ ਡਿਸਾਈਡ ਕਰਨਾ ਵੀ ਕਿਹੜੀ ਚੀਜ਼ ਲਿਵਿੰਗ ਆ ਜਾਂ ਜਿਹੜੀ ਚੀਜ਼ ਨਹੀਂ। We are told that plants are living things, but they do not appear to move like a dog or a pigeon. ਕਹਿੰਦੇ ਅਸੀਂ ਕੀ ਕਹਿੰਦੇ ਜਿਹੜੇ ਲਿਵਿੰਗ ਚੀਜ਼ਾਂ ਉਹਨਾਂ ਨੂੰ ਮੂਵ ਕਰ ਸਕਦੇ ਨੇ, ਪਰ ਹੁਣ ਕੀ ਹੈਗਾ ਸਾਨੂੰ ਪਤਾ ਜਿਹੜੇ ਪਲਾਂਟਸ ਨੇਗੇ ਉਹ ਕੀ ਨੇਗੇ ਲਿਵਿੰਗ ਨੇ, ਪਰ ਜਿਹੜੇ ਪਲਾਂਟਸ ਹਨ ਉਹ ਤਾਂ ਮੂਵ ਨਹੀਂ ਕਰਦੇ। ਜਿਵੇਂ ਡੌਗ ਅਤੇ ਪੀਜਨ ਆ ਉਹ ਵੀ ਲਿਵਿੰਗ ਆ ਪਰ ਉਹ ਤਾਂ ਮੂਵ ਕਰ ਸਕਦੇ ਹੈਗੇ, ਪਲਾਂਟਸ ਮੂਵ ਨਹੀਂ ਕਰਦੇਗੇ। ਔਨ ਦਾ ਅਦਰ ਹੈਂਡ ਆ ਕਾਰ ਔਰ ਬੱਸ ਕੈਨ ਮੂਵ। ਕਾਰ ਅਤੇ ਬੱਸ ਕੀ ਆ ਮੂਵ ਕਰ ਸਕਦੇ ਆ। ਫਿਰ ਇਹਦਾ ਮਤਲਬ ਅਸੀਂ ਕਾਰ ਅਤੇ ਮੂਵ ਨੂੰ ਵੀ ਲਿਵਿੰਗ ਕਹਿ ਸਕਦੇ ਕਿਉਂਕਿ ਉਹ ਤਾਂ ਮੂਵ ਕਰ ਸਕਦੇ। ਇਹਦੇ ਅਸੀਂ ਡਿਸਾਈਡ ਨਹੀਂ ਕਰ ਸਕਦੇ ਵੀ ਜਿਹੜੀਆਂ ਚੀਜ਼ਾਂ ਮੂਵ ਕਰਦੀਆਂ ਨੇ ਉਹ ਕੀ ਹੁੰਦੀਆਂ ਨੇਗੀਆਂ, ਲਿਵਿੰਗ ਹੁੰਦੀਆਂ ਨੇਗੀਆਂ ਨਹੀਂ, ਕਿਉਂਕਿ ਪਲਾਂਟਸ ਮੂਵ ਨਹੀਂ ਕਰਦੇ ਉਹ ਲਿਵਿੰਗ ਆ ਅਤੇ ਕਾਰ ਅਤੇ ਬੱਸ ਕੀ ਆ ਮੂਵ ਕਰਦੇ ਹੈਗੇ ਪਰ ਉਹ ਲਿਵਿੰਗ ਨਹੀਂ ਹੈਗੇ। Plants and animals appear to grow in size with time, but then at time clouds in the sky also seem to grow in size. Does it mean that clouds are living? No. So how does one distinguish between living and non-living things? ਦੂਸਰਾ ਸੋਚਦੇ ਹਾਂ ਵੀ ਜਿੰਨੇ ਵੀ ਜਿਹੜੇ ਲਿਵਿੰਗ ਔਰਗੈਨਿਜ਼ਮਸ ਹੁੰਦੇ ਨੇ ਉਹ ਗਰੋ ਕਰਦੇ ਨੇ, ਵੱਧਦੇ ਨੇਗੇ। ਫਿਰ ਅਸੀਂ ਦੇਖਿਆ ਜਿਹੜੇ ਪਲਾਂਟਸ ਅਤੇ ਐਨੀਮਲ ਵੱਧਦੇ ਨੇਗੇ, ਪਰ ਹੁਣ ਕੀ ਹੈ ਜਿਹੜੇ ਬੱਦਲ ਹੁੰਦੇ ਨੇ ਕਹਿੰਦੇ ਉਹ ਵੀ ਕੀ ਕਰ ਰਹੇ ਨੇ, ਗਰੋ ਕਰ ਰਹੇ ਨੇ, ਵੱਡੇ ਹੁੰਦੇ ਜਾਂਦੇ ਹੁੰਦੇ ਨੇਗੇ। ਫਿਰ ਕਹਿੰਦੇ ਕਲਾਉਡਸ ਵੀ ਲਿਵਿੰਗ ਆ ਗਈ। ਫਿਰ ਅਸੀਂ ਕਹਿੰਦੇ ਇੱਦਾਂ ਤਾਂ ਅਸੀਂ ਡਿਸਾਈਡ ਨਹੀਂ ਕਰ ਸਕਦੇ, ਅਸੀਂ ਕਿਵੇਂ ਡਿਸਾਈਡ ਕਰ ਸਕਦੇ ਵੀ ਜਿਹੜੇ ਕਿਹੜੇ ਐਨੀਮਲਸ ਨੇ ਜਾਂ ਕਿਹੜੀ ਸਬਜੈਕਟਸ ਨੇਗੀਆਂ ਲਿਵਿੰਗ ਨੇਗੀਆਂ ਜਾਂ ਕਿਹੜੀਆਂ ਨੋਨ ਲਿਵਿੰਗ ਨੇਗੀਆਂ।
Do living things have some common characters that make them very different from the non-living? ਨੇ ਕੀ ਜਿਹੜੇ ਲਿਵਿੰਗ ਥਿੰਗ ਚੀਜ਼ਾਂ ਹੁੰਦੀਆਂ ਨੇ ਉਹਨਾਂ 'ਚ ਕੋਈ ਇੱਦਾਂ ਦੇ ਗੁਣ ਹੁੰਦੇ ਨੇ ਜਾਂ ਕੋਈ ਇੱਦਾਂ ਦੇ ਕਰੈਕਟਰ ਹੁੰਦੇ ਨੇਗੇ ਜਿਹਦੇ ਕਰਕੇ ਉਹ ਨੋਨ ਲਿਵਿੰਗ ਤੋਂ ਕੀ ਹੁੰਦੇ ਨੇ ਅਲੱਗ ਹੁੰਦੀਆਂ ਨੇਗੀਆਂ। ਜੋ ਆਰ ਵੰਡਰਫੁਲ ਐਗਜ਼ਾਮਪਲਸ ਆਫ ਲਿਵਿੰਗ ਬੀਇੰਗਸ ਬਟ ਕਰੈਕਟਰਿਸਟਿਕਸ ਡੂ ਯੂ ਹੈਵ ਵਿਚ ਮੇਕ ਯੂ ਡਿਫਰੈਂਟ ਫਰੋਮ ਆ ਨੋਨ ਲਿਵਿੰਗ ਥਿੰਗਸ। ਕਿ ਤੁਸੀਂ ਬਹੁਤ ਹੀ ਜ਼ਿਆਦਾ ਐਗਜ਼ਾਮਪਲਸ ਦੇਖੀਆਂ ਨੇਗੀਆਂ ਲਿਵਿੰਗ ਦੀਆਂ, ਉਹਨਾਂ 'ਚ ਕਹਿੰਦੇ ਇਹੋ ਜਿਹੇ ਕਿਹੜੇ ਗੁਣ ਨੇਗੇ ਜਿਹੜੇ ਉਹਨੂੰ ਨੋਨ ਲਿਵਿੰਗ ਤੋਂ ਅਲੱਗ ਬਣਾਉਂਦੇ ਨੇਗੇ। List a few of these characteristics in your notebook. Look at your list and mark those characteristics that you have listed which may also be found in animals or plants. ਕਹਿੰਦੇ ਤੁਸੀਂ ਆਪਣੀ ਇੱਕ ਨੋਟਬੁੱਕ ਦੇ ਵਿੱਚ ਕਾਫੀ ਸਾਰੇ ਕਰੈਕਟਰਸ ਲਿਖੋ, ਗੁਣ ਲਿਖੋ ਵੀ ਕਿਹੜੇ ਕਿਹੜੇ ਲਿਵਿੰਗ ਔਰਗੈਨਿਜ਼ਮ ਵਿੱਚ ਕਰੈਕਟਰਸ ਹੁੰਦੇ ਨੇਗੇ ਅਤੇ ਉਹ ਜਿਹੜੇ ਨੋਨ ਲਿਵਿੰਗ ਦੇ ਵਿੱਚ ਨਹੀਂ ਹੁੰਦੇਗੇ। ਸਮ ਆਫ ਥੀਸ ਕਰੈਕਟਰਸ ਆਰ ਪਰਹੇਪਸ ਕਾਮਨ ਟੂ ਆਲ ਲਿਵਿੰਗ ਥਿੰਗਸ। ਕਈ ਜਿਹੜੇ ਕਰੈਕਟਰਸ ਹੁੰਦੇ ਨੇ, ਕਈ ਗੁਣ ਹੁੰਦੇ ਨੇਗੇ ਸਾਰੇ ਲਿਵਿੰਗ ਔਰਗੈਨਿਜ਼ਮ ਦੇ ਵਿੱਚ ਕੀ ਹੁੰਦੇ ਨੇ, ਸੇਮ ਹੁੰਦੇ ਨੇਗੇ। ਚਲੋ ਜੀ ਅੱਗੇ ਅਸੀਂ ਪੜ੍ਹਨਾਗਾ ਵੀ ਕਿਹੜੇ ਕਿਹੜੇ ਕਰੈਕਟਰਸ ਹੁੰਦੇ ਨੇਗੇ ਲਿਵਿੰਗ ਔਰਗੈਨਿਜ਼ਮਸ ਦੇ ਵਿੱਚ, ਵੀ ਕਿਵੇਂ ਸਾਨੂੰ ਪਤਾ ਲੱਗਦਾ ਕਿਹੜਾ ਐਨੀਮਲ ਆ ਜਿਹੜਾ ਉਹ ਜਾਂ ਕਿਹੜੀ ਓਬਜੈਕਟ ਹੈਗੀ ਲਿਵਿੰਗ ਆ ਕਿਹੜੀ ਨੋਨ ਲਿਵਿੰਗ ਆ। ਇਹਨੂੰ ਅਸੀਂ ਅਗਲੀ ਵੀਡੀਓ 'ਚ ਕੰਟੀਨਿਊ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਜੀ।